ਜਿਹੜੇ ਲੋਕ ਅੱਜ ਮੂਸੇ ਵਾਲੇ ਨੂੰ ਏਦਾਂ ਜਾਨ ਵਾਰਨ ਤੱਕ ਗਏ ਆ, ਵੋਟਾਂ ਵੇਲੇ ਉਹੀ ਸੀਗੇ। ਉਹ ਕੀ ਟੁੱਚ ਜਿਹਾ ਬੰਦਾ ਨਾ ਉਹਦਾ ਮੂੰਹ ਦੇਖਣ ਨੂੰ ਜੀ ਕਰੇ, ਵੈਸੇ ਹੀ ਉਹਨੂੰ ਤਾਂ ਖੜਾ ਕਰਕੇ ਏਦਾਂ ਸਾਰੇ ਪੰਜਾਬ ਵਾਲੇ ਕਹਿੰਦੇ ਵੀ ਭਾਈ ਜਿਹੜੀ ਪਾਰਟੀ 'ਚ ਮੂਸੇ ਵਾਲੇ ਵਰਗਾ ਬੰਦਾ ਖੜਾ ਸੀ ਤਾਂ ਉਹਨੂੰ ਵੋਟਾਂ ਪਾਵਾਂਗੇ। ਕਿੰਨੇ ਹਜ਼ਾਰ ਵੋਟਾਂ ਤੋਂ ਹਾਰਿਆ ਉਹ ਬੰਦਾ। ਤੇ ਅੱਜ ਜਿੱਦਾਂ ਕਰ ਰਹੇ ਹਾਂ ਅਸੀਂ, ਇਹ ਸਾਡਾ ਅੰਦਰ ਜਿਹੜਾ ਸਾਡੀਆਂ ਭਾਵਨਾਵਾਂ ਦਬਾਈਆਂ ਹੋਈਆਂ ਨਾ, ਉਹਨਾਂ ਨੂੰ ਪਾਣੀ ਮਿਲਿਆ। ਕਿੰਨੇ ਜਣੇ ਆ, ਹਜ਼ਾਰਾਂ ਦੀ ਗਿਣਤੀ 'ਚ ਉਹ ਲੋਕ ਹੋਣਗੇ ਜਿਹੜੇ ਕਹਿੰਦੇ ਅਸੀਂ ਤਾਂ ਸੁਣਦੇ ਹੀ ਨਹੀਂ ਸੀਗੇ। ਬਸ ਜਦੋਂ ਇੱਕ ਇੱਦਾਂ ਦੀ ਵੇਵ ਬਣੀ ਨਾ, ਇੱਕ ਲਹਿਰ ਬਣੀ ਆ, ਉਹਦੇ ਵਿੱਚ ਏਦਾਂ ਸੁਣ ਕੇ ਅੱਛਾ ਏਦਾਂ ਇੰਨਾ ਇੰਟੈਲੀਜੈਂਟ, ਸਾਰੇ ਕਹੀ ਜਾਂਦੇ ਆ ਵੀ ਬੜਾ ਦਿਮਾਗੀ ਬੰਦਾ ਸੀ। ਅੱਛਾ, ਬਸ ਉਹਦੇ ਨਾਲ ਇਸ਼ਕ ਹੋ ਰਿਹਾ। ਉਹਨੂੰ ਕੰਟਰੋਲ ਰੱਖੋ, ਉਲਾਰੂ ਹੋਣ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ। ਟੱਬਰਿਆ ਸਾਡੇ ਆਲਾ ਦੁਆਲਾ ਆ, ਨਾਲੇ ਉਹ ਤਾਂ ਜਾ ਚੁੱਕਾ ਆ। ਇਹਨੂੰ ਤਸੱਲੀ ਨਾ ਦਿਓ ਆਪਣੇ ਆਪ ਨੂੰ ਇਹ ਕਹਿ ਕੇ ਨਹੀਂ 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 ਇੱਦਾਂ ਨਹੀਂ ਹੈਗੀ, ਇੱਦਾਂ ਨੂੰ ਮੈਨੂੰ ਪਤਾ ਹੈ ਸਾਰਾ ਕੁਛ। ਹੁਣ ਬੰਦਾ ਕਹੇ ਯਾਰ ਮੈਂ ਤਾਂ ਬੰਦਾ, ਮੈਂ ਵਿਆਹਿਆ ਹੋਇਆ, ਮੈਨੂੰ ਥੋੜੀ, ਨਹੀਂ ਭਾਈ ਇਹ ਨਹੀਂ ਗੱਲ ਹੈ। ਜੇ ਹਾਈਪਰ ਹੋਵੋਗੇ ਤੁਸੀਂ, ਉਲਾਰੂ ਹੋਵੋਗੇ, ਉੱਥੇ ਜਾਓਗੇ ਤੁਸੀਂ। ਕੋਸ਼ਿਸ਼ ਕਰੀਏ ਆਪਣੇ ਆਪ ਨੂੰ। ਬਾਕੀ ਜਿਹੜਾ ਉਹਨਾਂ ਦਾ ਜਿਹੜੀ ਧਿਰ ਫਾਇਦਾ ਲੈ ਰਹੀ ਆ ਉਹਦੇ ਬਾਰੇ ਪਤਾ ਹੈ ਤੁਹਾਨੂੰ, ਠੀਕ ਹੈ। ਇੱਕ ਚੀਜ਼ ਹੋਰ ਵੀ ਹੈਗੀ ਆ ਮੂਸੇ ਵਾਲੇ ਬਾਰੇ ਵੀ, ਉਹਦੇ ਜੋ ਕੁਛ ਹੈਗਾ ਨਾ ਉਹਦਾ ਜਿੰਨਾ, ਠੀਕ ਹੈ। ਉਹ ਕਹਿੰਦੇ ਹੁੰਦੇ ਨਾ ਵੀ ਜਿਹੜਾ ਜਦੋਂ ਕਿਤੇ ਜਾਂਦੇ ਆ, ਜਿਹੜਾ ਲੁਤਫ ਆ ਤੁਸੀਂ ਲੈਣਾ, ਉਹ ਜਰਨੀ ਦਾ ਲਓ। ਜਿਹੜਾ ਸਫ਼ਰ ਕਰ ਰਹੇ ਨਾ ਉਹਨੂੰ ਇੰਜੋਏ ਕਰੋ ਬਸ। ਜਦੋਂ ਇਹ ਕਹਿੰਦੇ ਨਾ ਅਸੀਂ ਵੀ ਜੇ ਉਹ ਰਹਿ ਜਾਂਦਾ, ਠੀਕ ਹੈ, ਬਹੁਤ ਵਧੀਆ, ਉਹਦੇ 'ਚ ਕੁਆਲਿਟੀ ਸੀ ਲੀਡਰ ਹੋਣ ਦੀ, ਠੀਕ ਹੈ। ਭਵਿੱਖ ਦੇ ਵਿੱਚ ਜੇ ਪਰ ਹੁਣ ਜੇ ਤੁਸੀਂ ਵੋਟਾਂ ਹੀ ਨਾ ਪਾਉਂਦੇ, ਇੱਥੇ ਜਾਣੀ ਗੱਲ ਹੋਈ, ਇੱਥੇ ਨਾਰਾ ਲਾ, ਤਾਂ ਮੈਮਰੀ ਨਹੀਂ ਹੈਗੀ, ਜੇ ਸਮਝੇ ਨਹੀਂ ਸਾਨੂੰ ਉਹ ਚੀਜ਼ ਦੀ। ਪਰ ਜੇ ਸਾਰਾ ਕੁਛ ਮੰਨ ਵੀ ਲਈਏ ਵੀ ਉਹ ਵੀ ਪੋਸੀਬਿਲਿਟੀ ਸੀ, ਵਧੀਆ ਲੀਡਰ ਸੀ, ਸਾਰਾ ਕੁਛ ਸੀ, ਠੀਕ ਆ, ਪਰ ਇੱਕ ਚੀਜ਼ ਦਾ ਖਿਆਲ ਰੱਖਿਓ, ਹੁਣ ਹੈ ਨਹੀਂ ਉਹ, ਹੁਣ ਜਾ ਚੁੱਕਾ ਹੈ। ਔਰ ਦੂਜੀ ਗੱਲ, ਜਿਹੜੀ ਵੱਡੀ ਸੰਭਾਵਨਾ ਆ ਉਹ ਇਹ ਆ, ਅਜੇ ਬਹੁਤ ਸਾਰੇ ਗੀਤ ਉਹਦੇ ਲਿਖੇ ਹੋਏ ਤੇ ਗਾਏ ਹੋਏ ਪਏ ਆ। ਤੁਹਾਨੂੰ ਪਤਾ ਸਾਰਿਆਂ ਨੂੰ ਜਿਹੜੇ ਗਾਇਓ ਆ ਉਹ ਕਿਹੜੇ ਕਿਹੜੇ? ਉਹਦੀ ਡੈਥ ਤੋਂ 2 ਦਿਨ ਪਹਿਲਾਂ ਉਹਦੀ ਸਿਮਰਜੀਤ ਮਾਨ ਨਾਲ ਗੱਲ ਹੋਈ ਆ। ਅਮਨ ਹੇਰ ਸ਼ਾਇਦ ਮਿਊਜ਼ਿਕ ਡਾਇਰੈਕਟਰ ਆ ਕੋਈ, ਜਾਂ ਉਹ ਬਣਾਉਂਦਾ, ਉਹਦੇ ਬਾਰੇ ਮੈਂ ਇੱਕ ਨਿਊਜ਼ ਪੜ੍ਹੀ ਸੀ। ਉਹ ਇੱਕ ਗਾਣੇ ਦੀ ਗੱਲ ਕਰਦੇ ਸੀ। ਉਹ ਕਹਿੰਦਾ ਬੈਠਿਆਂ ਤੇ 6 ਮਿੰਟਾਂ 'ਚ ਗਾਣਾ ਲਿਖ ਦਿੱਤਾ ਸੀ ਉਹਨੇ। ਇੱਕ ਥਾਂ ਮੂਸੇ ਵਾਲਾ ਕਹਿੰਦਾ ਵੀ ਸੀ, ਕਿਉਂਕਿ ਕਲਾ ਸੀ ਉਹਦੇ ਅੰਦਰ, ਉਹਦੇ ਕੋਲ ਦਿਮਾਗ ਸੀ ਇੰਨਾ, ਉਹ ਗੱਲਾਂ ਨੂੰ ਜੋੜ ਲੈਂਦਾ ਸੀ ਏਦਾਂ। ਉਹ ਕਹਿੰਦਾ ਵੀ ਜਿਹੜੀਆਂ ਮੈਂ ਗੱਲਾਂ ਕਰਦਾ ਇਹ ਕੋਈ ਏਦਾਂ ਨਹੀਂ ਹੈਗੀ, ਕਹਿੰਦਾ ਉੱਥੇ ਕਮੈਂਟ ਆ ਤੁਹਾਡੇ ਲੋਕਾਂ ਦੇ, ਤੇ ਕਿਸੇ ਨੇ ਸਟੇਜ ਤੋਂ ਕੁਛ ਕਹਿ ਦਿੱਤਾ, ਠੀਕ ਹੈ, ਵੀ ਅਸੀਂ ਤਾਂ ਬਣ ਨਹੀਂ ਦੇਣਾ ਇੱਥੋਂ, ਅਸੀਂ ਤਾਂ ਖਤਮ ਕਰ ਦੇਣਾ ਇਹਨੂੰ, ਠੀਕ ਹੈ, ਇਹ ਕੌਣ ਹੈ, ਇਹ ਤਾਂ ਕੱਲ ਦਾ ਸ਼ੋਕਰਾ। ਕੁਛ ਗਾਉਣੇ ਵਾਲਿਆਂ ਦੀਆਂ ਗੱਲਾਂ, ਕੁਛ ਆਮ ਲੋਕਾਂ ਦੀਆਂ ਗੱਲਾਂ, ਕੁਛ ਚਾਹੁਣ ਵਾਲਿਆਂ ਦੀਆਂ ਗੱਲਾਂ, ਉਹਨਾਂ ਗੱਲਾਂ ਨੂੰ ਜੋੜ ਕੇ ਉਹਨੇ ਤਾਂ ਇਕੱਠੀਆਂ ਕਰਕੇ ਗਾਣਾ ਬਣਾਤਾ। ਹੁਣ ਮੰਨ ਲਓ ਮੂਸੇ ਵਾਲੇ ਨੇ ਸਿਮਰਜੀਤ ਮਾਨ ਦੇ ਹੱਕ 'ਚ ਕੋਈ ਗਾਣਾ ਗਾਤਾ ਹੋਵੇ ਉਸ ਵੇਲੇ, ਮੰਨ ਲਓ ਲਿਖ ਕੇ ਏਦਾਂ, ਠੀਕ ਹੈ। ਹੁਣ ਇਹ ਨਾ ਸੋਚਿਓ ਕਿ ਏਦਾਂ ਇੱਕ ਦਿਨ ਦੇ ਵਿੱਚ ਕਿੱਦਾਂ ਹੋ ਜਾਂਦਾ, ਨਹੀਂ, ਜਿਹੜੇ ਬੰਦੇ ਕਰਨੇ ਵਾਲੇ ਆ ਨਾ, ਉਹ ਤਾਂ ਉਹੀ ਇੱਕ ਮਿਊਜ਼ਿਕ ਇੰਸਟਰੂਮੈਂਟ ਹੈ, ਇੱਕ ਦੇ ਨਾਲ ਹੀ ਗਾਣਾ ਗਾ ਦਿੰਦੇ ਆ ਉਹ ਅਗਲੇ। ਤਾਲ ਦੇ ਵਿੱਚ ਹੀ ਗਾਉਣਾ ਹੈ ਨਾ ਉਹਨੇ, ਮਿਊਜ਼ਿਕ ਦਾ ਬਾਅਦ 'ਚ ਪਾਰ ਹੋ ਜਾਣਾ। ਜਿਹੜੇ ਬੰਦੇ ਉਸ ਬਾਦਲਾਂ ਨੂੰ, ਉਹ ਅਸੀਂ ਪੋਲੀਟੀਸ਼ੀਅਨ ਨੂੰ ਜਿੱਦਾਂ ਕਹਿ ਰਹੇ ਹਾਂ, ਠੀਕ ਹੈ। ਹੁਣ ਜੇ ਉਹਨੇ ਇਦਾਂ ਦਾ ਕੋਈ ਗਾਣਾ ਗਾਇਆ ਹੋਵੇ, ਕੋਈ ਹੋਰ ਪੰਥ ਦੇ ਉਹਦੇ ਲਈ ਗਾਇਆ ਹੋਵੇ, ਅਗਲੇ ਕਹੀ ਜਾਂਦੇ ਤਾਂ ਪੰਥ ਦਾ ਪੁੱਤਰ ਆ, ਉਹ ਦਾਵਾ ਕਰੀ ਜਾਂਦੇ ਆ। ਫਿਰ ਜਿਹੜੇ ਅੱਜ ਇੱਧਰ ਨੂੰ ਉਲਾਰੂ ਆ,
ਜਦੋਂ ਭਲਕੇ ਨੂੰ ਇਦਾਂ ਦੀ ਕੋਈ ਗੱਲ ਹੋਣੀ ਆ, ਫਿਰ ਦੂਜੇ ਪਾਸੇ ਨੂੰ ਹੋ ਜਾਣਾ। ਫਿਰ ਕਹਿਣਾ ਕੁਛ ਨਹੀਂ ਯਾਰ, ਦਿਲ ਤੋੜ ਦਿੱਤਾ ਤਾਂ। ਤੇ ਜੇ ਆਪਾਂ ਆਪਣੇ ਆਪ ਨੂੰ ਬੈਲੈਂਸ ਰੱਖੀਏ, ਜਿਹੜਾ ਉਹ ਸਤਿਕਾਰ ਆ ਸਾਡੇ ਅੰਦਰ, ਜਿਹੜਾ ਉਹਨੂੰ ਉੱਥੇ ਏਦਾਂ ਰੋਕ ਲਈਏ, ਉਹਦਾ ਆਨੰਦ ਲਈਏ ਵੀ ਨਹੀਂ ਯਾਰ ਬੰਦਾ ਕਮਾਲ ਦਾ, ਖੜਨੇ ਵਾਲਾ ਸੀ ਬੰਦਾ। ਬਸ ਇੰਨੀ ਕੁ ਗੱਲ ਕਹਿ ਕੇ ਗੱਲ, ਸਾਨੂੰ ਉਹ ਨਸ਼ਾ ਸਾਰੀ ਉਮਰ ਰਹੂਗਾ। ਫਿਰ ਭਲਕੇ ਨੂੰ ਹੋ ਵੀ ਜਾਵੇ ਨਾ, ਸਾਨੂੰ ਅੱਜ ਉਧਰ ਨੂੰ ਫਰਕ ਪੈਣਾ, ਨਾ ਸਾਨੂੰ ਭਲਕੇ ਨੂੰ। ਠੀਕ ਹੈ, ਦੁਨੀਆ ਆਉਂਦੀ ਜਾਂਦੀ ਰਹਿਣੀ ਆ। ਵੈਸੇ ਵੀ ਆਪਣੇ ਆਪ ਨੂੰ ਇੰਨੇ ਇੰਟੈਲੀਜੈਂਟ ਬਣਾਈਦਾ ਹੁੰਦਾ, ਆਪਣੇ ਆਪ ਨਾਲ ਇਸ਼ਕ ਕਰਨਾ ਸਿੱਖੀਦਾ ਹੁੰਦਾ। ਜੇ ਜਨੂਨ ਹੋਵੇ ਤਾਂ ਕਿਸੇ ਉਸ ਚੀਜ਼ ਦਾ ਹੋਵੇ, ਜਿੱਥੇ ਗੁਰਬਾਣੀ ਦੀ ਪੰਕਤੀ ਆਉਂਦੀ ਨਾ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਜੇ ਇਸ਼ਕ ਕਰਨਾ ਹੋਵੇ ਤਾਂ ਉਸ ਇੱਕ ਜਿਹੜਾ ਸਾਰੀ ਥਾਂ ਤੇ, ਜੇ ਉਹਦੇ ਨਾਲ ਹੋਵੇ, ਫਿਰ ਆਪਣੇ ਆਪ 'ਚ ਤੁਹਾਨੂੰ ਸਰੂਰ ਰਹਿਣਾ, ਆਪਣੇ ਆਪ 'ਚ ਨਸ਼ਾ ਰਹਿਣਾ ਆ। ਜਿਹੜੇ ਨੁਕਤਿਆਂ ਨੂੰ ਲੈ ਕੇ ਗੁਰੂ ਸਾਹਿਬ ਖੜੇ ਸੀ, ਜੇ ਉਹਨਾਂ ਨੂੰ ਲੈ ਕੇ ਅਸੀਂ ਆਪਣੇ ਆਪ ਸੋਚਾਂਗੇ ਵੀ ਮੈਂ ਇਹ ਕੰਮ ਕਰਨੇ ਆ, ਫਿਰ ਜਦੋਂ ਕੁਛ ਏਦਾਂ ਵਾਪਰਿਆ ਨਾ, ਜਦੋਂ ਕੋਈ ਮੁਸ਼ਕਿਲ ਆਈ, ਏਦਾਂ ਮੁਸ਼ਕਿਲ ਤੋਂ ਬਾਅਦ ਖੜੇ ਹੋਏ, ਫਿਰ ਤੁਹਾਡੇ ਅੰਦਰੋਂ ਅਰਦਾਸ ਪਤਾ ਕੀ ਨਿਕਲਣੀ, ਫਿਰ ਤੁਸੀਂ ਏਦਾਂ ਇੱਕ ਏਦਾਂ ਗੁਰੂ ਸਾਹਿਬ ਨੂੰ ਯਾਦ ਕਰਕੇ ਕਹਿਣਾ ਵੀ ਪਾਤਸ਼ਾਹ ਤੇਰਾ ਦਿੱਤਾ ਆ ਸਾਰਾ ਕੁਛ, ਤੇਰੇ ਦਿੱਤੇ ਉਹ ਸਾਹ ਆ। ਠੀਕ ਹੈ, ਤੇ ਤੋਂ ਮੋਟੀਵੇਸ਼ਨ ਲੈ ਕੇ ਤੂੰ ਹੀ ਇੰਸਪਾਇਰ ਕੀਤਾ ਸਾਨੂੰ, ਜਿਹੜਾ ਇਹ ਰਾਹ ਫੜਿਆ ਤੇਰੇ ਵੱਲ ਦੇਖ ਕੇ ਫੜਿਆ। ਜੇ 100 ਵਾਰ ਵੀ ਏਦਾਂ ਦੀਆਂ ਮੁਸ਼ਕਿਲਾਂ ਆਉਣ ਨਾ, ਏਦਾਂ ਬਸ ਉੱਠਣ ਦੀ ਹਿੰਮਤ ਹੋਵੇ, ਮੁੜ ਕੇ ਪੈਰਾਂ ਤੇ ਖੜਾ ਹੋ ਜਾਵਾਂ, ਤਾਂ ਮੈਂ ਵਾਅਦਾ ਕਰਦਾ 100 ਵਾਰੀ ਮੈਂ ਇਸ ਰਾਹ ਦੇ ਉੱਤੇ ਤੁਰੂੰਗਾ। ਤੇ ਉਹ ਜਿਹੜੀ ਅੰਦਰ ਅੱਗ ਬਲਦੀ ਆ ਸਾਡੇ ਨਾਲ, ਉਹਨੇ ਉਹ ਸਾਰੂ ਪਾਸੇ ਨੂੰ ਤੁਰ ਪੈਣਾ। ਫਿਰ ਉਹ ਡਿਪਰੈਸ਼ਨ 'ਚ ਨਹੀਂ ਲੈ ਕੇ ਜਾਣਾ ਸਾਨੂੰ ਉਹਨੇ, ਫਿਰ ਸਾਨੂੰ ਕਿਸੇ ਦੇ ਜਾਣੇ ਨਾਲ ਵਿਯੋਗ ਨਹੀਂ ਹੋਣਾ, ਫਿਰ ਸਾਨੂੰ ਏਦਾਂ ਨਹੀਂ ਹੋਣਾ ਹੁਣ ਕੀ ਹੋਊਗਾ, ਫਿਰ ਸਾਨੂੰ ਹੋਣਾ ਮੈਂ ਹੈਗਾ, ਮੈਂ ਕਾਹਦੇ ਲਈ। ਅਸੀਂ ਆਪਣੇ ਆਪ ਨੂੰ ਇੰਨੇ ਉੱਚੇ ਕਰੀਏ ਕਿ ਆਪਣੇ ਆਪ ਨਾਲ ਪਿਆਰ ਹੋ ਜਾ ਸਾਨੂੰ, ਆਪਣਾ ਸੋਚਿਆ ਹੋਇਆ, ਆਪਣਾ ਬੋਲਿਆ ਹੋਇਆ, ਆਪਣਾ ਕੀਤਾ ਹੋਇਆ ਦੇਖ ਕੇ ਸਾਨੂੰ ਏਦਾਂ ਲੱਗੇ ਵੀ ਹੱਦ ਹੋ ਗਈ, ਆ ਤਾਂ ਕਮਾਲ ਹੋ ਗਈ ਯਾਰ, ਵਾਹ, ਏਦਾਂ ਵੀ ਹੋ ਸਕਦੀ ਹੈ, ਏਦਾਂ ਵੀ ਕੋਈ ਕਰ ਸਕਦਾ ਜਿੱਦਾਂ ਆ ਮੈਂ ਕਰ ਦਿੱਤਾ, ਜੋ ਮੈਂ ਕਹਿ ਦਿੱਤਾ ਏਦਾਂ ਵੀ ਸੋਚ ਸਕਦਾ, ਇੰਨੀ ਹਿੰਮਤ ਵੀ ਕਰ ਸਕਦਾ ਕੋਈ। ਜਿੱਦਣ ਆਪਣੇ ਆਪ, ਉਦਣ ਵੈਸੇ ਬਾਦਸ਼ਾਹਾਂ ਵਾਲਾ ਜੀਵਨ ਹੋ ਜਾਣਾ। ਉਦਣ ਤੁਹਾਨੂੰ ਹਰ ਸ਼ੈ ਜਿਹੜੀ ਕੁਦਰਤ ਦੇ ਵਿੱਚ ਆ, ਉਦਣ ਫਿਰ ਇਹ ਨਹੀਂ ਹੈਗਾ ਵੀ ਜਦੋਂ ਕੋਈ ਬਹੁਤ ਵਧੀਆ ਕਰੂਗਾ ਤਾਂ ਤੁਸੀਂ ਵਧੀਆ ਕਹਿਣਾ, ਬਹੁਤ ਘਟੀਆ ਹੋਊਗਾ ਤਾਂ ਤੁਸੀਂ ਨਹੀਂ, ਇੱਦਾਂ ਨਹੀਂ ਹੋਣਾ। ਠੀਕ ਹੈ, ਉਦਣ ਤੁਹਾਨੂੰ ਦਇਆ ਤਰਸ ਹੋਣ ਲੱਗ ਪੈਣਾ ਦੂਜੇ, ਜਿਹੜਾ ਗਲਤੀ ਵੀ ਕਰੂਗਾ ਨਾ ਉਹਦੇ ਨਾਲ ਵੀ ਹਮਦਰਦੀ ਹੋਣ ਲੱਗ ਪੈਣੀ ਤੁਹਾਨੂੰ ਵੀ ਨਹੀਂ ਯਾਰ ਕੁਛ ਨਾ ਕੁਛ ਵਿਗੜ, ਇਹਦੇ ਬਚਪਨ 'ਚ ਕੁਛ ਹੋਇਆ ਹੋਣਾ, ਇਹਦੇ ਘਰਦਿਆਂ ਵੱਲੋਂ ਕੁਛ ਹੋਇਆ ਹੋਣਾ। ਬਸ ਉਹ ਸਮਝ ਆਉਣੀ ਚਾਹੀਦੀ ਸਾਨੂੰ, ਉੱਥੇ ਤੱਕ ਪਹੁੰਚੀਏ ਆਪਾਂ। ਨਹੀਂ ਤਾਂ ਇਹਨਾਂ ਦੀਆਂ ਤਾਂ ਤੁਹਾਨੂੰ ਦੀਦੀਆਂ ਹੀ ਪਾਈ ਉਹ ਕਰਕੇ। ਚੇਤਾ ਨਿਰਮਲ ਸਿੰਘ ਰਾਗੀ ਦਾ ਚੇਤਾ, ਕਿੱਡਾ ਮਸ਼ਹੂਰ ਬੰਦਾ ਸੀ ਉਹ, ਸ਼੍ਰੋਮਣੀ ਰਾਗੀ, ਸ਼੍ਰੋਮਣੀ ਕਮੇਟੀ ਵਾਲਿਆਂ ਦਾ ਆਪਣਾ, ਕਿੱਡੇ ਅਵਾਰਡ ਮਿਲੇ ਸੀ ਉਹਨੂੰ, ਕਿੰਨਾ ਗੁਰਬਾਣੀ ਦਾ ਕੀਰਤਨ ਉਹਦਾ ਰਿਕਾਰਡ ਹੋਇਆ ਆ। ਔਰ ਉਹਦੇ ਰਾਗਾਂ ਦੇ ਬਾਰੇ ਜਾਣੀ ਕਿਸੇ ਨਾਲ ਵੀ ਗੱਲ ਕਰਕੇ ਦੇਖੋ, ਜਿੱਦਣ ਉਹਦੀ ਡੈਥ ਹੋਈ ਆ ਕਿੰਨੇ ਕੁ ਬੰਦੇ ਸੀ ਉਹਦੇ ਫਿਊਨਰਲ ਦੇ ਉੱਤੇ, ਉਹਦੇ ਭੋਗ ਦੇ ਉੱਤੇ ਕੌਣ ਗਿਆ ਸੀ, ਕਿਹੜੇ ਰਾਗੀ, ਕਿਹੜੇ ਪੰਥ ਦੇ ਬੰਦੇ, ਯਾਦ ਆ ਤੁਹਾਨੂੰ? ਪਰ ਹੁਣ ਮੂਸੇ ਵਾਲੇ ਦੇ ਦੇਖ ਲਿਆ, ਜਿਹੜੇ ਬੰਦੇ ਪੰਥ ਦੀਆਂ, ਕੌਮ ਦੀਆਂ ਅੜੜੀਆਂ ਗੱਲਾਂ ਕਰਦੇ ਨਾ, ਸਵਾਰਥ ਤੋਂ ਬਿਨਾਂ ਕੱਖ ਨਹੀਂ ਪੱਲੇ। ਉਦੋਂ ਡਰ ਸੀ, ਉਹਦੀ ਮੌਤ ਦੇ ਉੱਤੇ ਡਰ ਸੀ ਵੀ ਕਿਤੇ ਬਿਮਾਰੀ ਨਾ ਹੋ ਜਾਏ। ਠੀਕ ਹੈ, ਇੱਥੇ ਇਹਨਾਂ ਨੂੰ ਪਤਾ ਆ ਵੀ ਬਹੁਤ ਵੱਡੀ ਧਿਰ ਆ
ਜਿਹੜੇ ਜਿਹੜੇ ਜਦੋਂ ਨਾ ਇਹ ਬੰਦੇ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਜਬ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਸਤਰ ਸਜਾਵੋ। ਇਹ ਕਹਿੰਦੇ ਵੀ ਗੁਰੂ ਸਾਹਿਬ ਕਹਿੰਦੇ ਸੀ ਮੇਰੇ ਦਰਸ਼ਨਾਂ ਨੂੰ ਆਉਣ ਲਈ ਸਰੀਰ ਤੇ ਸ਼ਸਤਰ ਚਾਹੀਦੇ ਆ। ਇੱਕ ਹੋਰ ਪੰਕਤੀ ਵਰਤਦੇ ਆ, ਇਹ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੈਗੀ, ਨਾ ਗੁਰੂ ਗੋਬਿੰਦ ਸਿੰਘ ਦੀ ਲਿਖੀ ਹੋਈ ਆ, ਠੀਕ ਹੈ। ਇਹ ਬਸ ਜਿਨ੍ਹਾਂ ਨੇ ਦੁਕਾਨ ਚਲਾਉਣੀ ਸੀ ਉਹਨਾਂ ਨੇ ਲਿਖ ਕੇ ਰਾਹਤਨਾਮਿਆਂ ਦੇ ਨਾਂ ਥੱਲੇ ਪ੍ਰਚਲਿਤ ਕਰ ਦਿੱਤੀਆਂ ਪੰਕਤੀਆਂ ਵੀ ਬਿਨਾਂ ਕੇਸ ਤੇ ਗਨ ਦੇਹੋ ਨਾ ਦਦਾਰੇ। ਇਹ ਅਕਸਰ ਕਹਿੰਦੇ ਆ। ਗੁਰੂ ਸਾਹਿਬ ਕਹਿੰਦੇ ਸੀ ਵੀ ਕੇਸਾਂ ਤੋਂ ਤੇ ਕਿਰਪਾਨ ਤੋਂ ਬਿਨਾਂ, ਤੇਗ ਤੋਂ ਬਿਨਾਂ, ਮਤਲਬ ਕਕਾਰਾਂ ਤੋਂ ਬਿਨਾਂ ਮੈਂ ਦਰਸ਼ਨ ਵੀ ਨਹੀਂ ਦਊਂਗਾ, ਦਿਦਾਰ ਵੀ ਨਹੀਂ, ਮੈਂ ਸਾਹਮਣੇ ਨਹੀਂ ਆਊਂਗਾ ਉਹਦੇ। ਤਾਂ ਹੁਣ ਜਿਹਦੇ ਸਾਹਮਣੇ ਨਹੀਂ ਗੁਰੂ ਸਾਹਿਬ ਜਾ ਰਹੇ ਉਹਨੂੰ ਆਪਣਾ ਕਿੱਦਾਂ ਬਣਾ ਲੈਣਗੇ? ਉਹ ਹੋ ਸਕਦਾ ਕਦੇ? ਜੇ ਉਹ ਗੱਲ ਵਾਕਿਆ ਹੀ ਇਹ ਸੱਚ ਆ ਗੱਲ, ਤੇ ਗੁਰੂ ਸਾਹਿਬ ਫਰੀਬੀ ਸੀਗੇ ਤੇ ਇਦਾਂ ਵੀ ਕਹੀ ਜਾਣ ਤੇ ਦੀਪ ਸਿੱਧੂ ਨੂੰ ਸ਼ਹੀਦ ਦਾ ਦਰਜਾ ਵੀ ਦੇਈ ਜਾਣ? ਇਦਾਂ ਹੋ ਸਕਦਾ? ਜਦੋਂ ਇਹਨਾਂ ਦਾ ਜੀ ਕੀਤਾ ਉਦੋਂ ਇਨੀ ਆਮ ਬੰਦੇ ਨੂੰ ਪਰੇ ਰੱਖਣ ਲਈ ਪ੍ਰਬੰਧ ਦੇ ਨੇੜੇ ਨਾ ਜਾਈ। ਇੱਥੇ ਆ ਗੋਲਕ ਆ, ਗੁਰਦੁਆਰੇ ਦਾ ਸੈਕਟਰੀ ਆ, ਪ੍ਰਧਾਨ ਆ, ਇਹ ਅਸੀਂ ਆਪਸ ਵਿੱਚ ਹੀ ਵੰਡ ਕੇ ਕਰਨਾ। ਅਸੀਂ ਉਦੋਂ ਹਾ ਭਗਤੀ ਸੁਣਾਤੀ, ਠੀਕ ਹੈ। ਤੇ ਜਦੋਂ ਇਹਨੇ ਦੇਖਿਆ ਵੀ ਆ ਹਜ਼ਾਰਾਂ ਬੰਦੇ, ਇਹ ਬੰਦਿਆਂ ਦੇ, ਦੀਪ ਸਿੱਧੂ ਆ ਚਾਹੇ ਇਹ ਮੂਸੇ ਵਾਲਾ ਆ, ਵੀ ਇਹਦੇ ਨਾਲ ਇੰਨੀ ਨੌਜਵਾਨੀਆਂ ਨਾਲ ਇਹਨੂੰ ਹੁਣ ਗੁਰਦੁਆਰੇ ਲਈ ਵਰਤੀ ਗਏ ਸੀ। ਉਦੋਂ ਚੱਕ ਕੇ ਪੰਥ ਦਾ ਬੇਟਾ, ਪੰਥ ਦਾ ਪੁੱਤਰ ਸਟੇਜ ਤੇ ਕਬਜ਼ਾ। ਇਹਨਾਂ ਦੀਆਂ ਗੱਲਾਂ ਭਾਵੇਂ ਸਾਰਾ ਦਿਨ ਕਰੀ ਜਾਈਏ ਅਸੀਂ, ਪਰ ਇੱਕ ਚੀਜ਼ ਦਾ ਖਿਆਲ ਰੱਖਿਓ, ਬਹੁਤ ਕੁਛ ਹੋਣਾ ਹੈ ਗੁਰੂ ਸਾਹਿਬ ਦੇ ਵੇਲੇ ਜਦੋਂ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਉਹਨਾਂ ਨੂੰ ਜਾਣਾ ਪਿਆ ਹੋਊਗਾ। ਗੁਰੂ ਤੇਗ ਬਹਾਦਰ ਵਰਗੇ, ਗੁਰੂ ਅਰਜਨ ਪਾਤਸ਼ਾਹ ਵਰਗੇ ਜਿਹੜੇ ਉਸ ਵੇਲੇ ਲੀਡਰ ਹੋਣਗੇ, ਜਦੋਂ ਮਾਤਾ ਗੰਗਾ ਜੀ ਨੂੰ ਉਹਨਾਂ ਦਾ ਬੱਚਾ ਹਰਗੋਬਿੰਦ 11 ਸਾਲ ਦਾ ਬੱਚਾ, ਜਦੋਂ ਉਹਨਾਂ ਨੂੰ ਖਬਰ ਮਿਲੀ ਹੋਊਗੀ ਕਿ ਲਾਹੌਰ 'ਚ ਇਸ ਤਰੀਕੇ ਨਾਲ ਸ਼ਹੀਦ ਕਰ ਦਿੱਤਾ ਉਹਨਾਂ ਨੂੰ, ਉਸ ਵੇਲੇ ਏਦਾਂ ਨਹੀਂ ਪਈ ਉਹ ਰੋਣਾ ਧੋਣਾ ਪਿਆ ਹੋਣਾ ਜਾਂ ਏਦਾਂ ਨਿਰਾਸ਼ਾ ਹੋਈ ਹੋਣੀ, ਕੀ ਹੋਊਗਾ, ਇਹ ਲੋਕ ਮੈਨੂੰ ਚੰਗੇ ਨਹੀਂ ਲੱਗ ਰਹੇ, ਏਦਾਂ ਮੇਰਾ ਦਿਲ ਘਟਦਾ, ਮੇਰਾ ਐ ਹੁੰਦਾ, ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਬਾਰ-ਬਾਰ ਮੈਂ ਰੋਈ ਜਾਂਦਾ, ਏਦਾਂ ਨਹੀਂ ਹੋਈ ਹੋਣੀ। ਉਦੋਂ ਸਬਕ ਲਾਏ ਹੋਣੇ ਆ, ਕੁਛ ਵਾਅਦੇ ਕੀਤੇ ਹੋਣੇ ਆਪਣੇ ਆਪ ਦੇ ਨਾਲ। ਹਰਗੋਬਿੰਦ ਪਾਤਸ਼ਾਹ ਨੇ ਏਦਾਂ ਖੜੇ ਹੋ ਕੇ ਆਪਣੇ ਆਪ ਨੂੰ ਥਾਪੜਿਆ ਹੋਣਾ ਵੀ ਕੀ ਗੱਲ, ਮੈਂ ਕਿਉਂ ਨਹੀਂ? ਹੋ ਸਕਦਾ ਮਾਤਾ ਗੰਗਾ ਨੂੰ ਏਦਾਂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਹੋਵੇ ਵੀ ਕਿਉਂ ਨਾਸ਼ ਕਿਉਂ ਹੁੰਦੇ, ਮੇਰੇ ਅੰਦਰ ਖੂਨ ਨਹੀਂ ਉਹਨਾਂ ਦਾ? ਕਿਹੜਾ ਕੰਮ ਹੈ ਜਿਹੜਾ ਮੈਂ ਕਰ ਨਹੀਂ ਸਕਦਾ? ਕੀ ਗੱਲ? ਹੋ ਸਕਦਾ ਗੋਬਿੰਦ ਰਾਏ ਨੇ ਮਾਤਾ ਗੁਜਰੀ ਨੂੰ ਕਿਹਾ ਹੋਵੇ, ਜੋ ਵੀ ਤੁਹਾਨੂੰ ਮਾਤਾ, ਤੁਹਾਨੂੰ ਤਾਂ ਪਤਾ ਹੈ ਨਾ ਕਿਹੜੇ ਕਿਹੜੇ ਸੁਪਨੇ ਦੇਖੇ ਸੀ ਗੁਰੂ ਤੇਗ ਬਹਾਦਰ ਨੇ, ਮੈਂ ਪੂਰੇ ਕਰੂੰਗਾ, ਮੈਂ ਬੈਠੂ ਬਾਦਸ਼ਾਹ ਦੀ ਹਿੱਕ ਦੇ ਉੱਤੇ। ਤੇ ਉਹ ਸਾਨੂੰ ਹਰ ਵੇਲੇ ਤਿਆਰੀ ਰੱਖਣੀ ਚਾਹੀਦੀ ਹੈ। ਸਾਡੇ ਅੰਦਰ ਉਹ ਜਿਹੜਾ ਜਨੂਨ, ਉਹਨੂੰ, ਕਿਉਂਕਿ ਜੇ ਅਸੀਂ ਇਹਨਾਂ ਦੇ ਰਾਹ ਪੈ ਗਏ, ਇਹਨਾਂ ਨੇ ਹਥਿਆਰਾਂ ਵਾਲੇ ਪਾਸੇ ਨੂੰ, ਜਥੇਦਾਰ ਕਹੀ ਜਾਂਦਾ ਨਾ ਲਾਇਸੈਂਸੀ ਹਥਿਆਰ ਲੈ ਲਓ, ਉਹ ਜਾਣੀ ਬੇਰੁਜ਼ਗਾਰੀ ਨੇ ਖਾਧਾ ਹੋਇਆ ਯਾਰ ਪੰਜਾਬ। ਤੁਸੀਂ ਜਿਨ੍ਹਾਂ ਦੇ ਕੋਲ ਖੁੱਲੀਆਂ ਜ਼ਮੀਨਾਂ ਹੈ, ਖੁੱਲਾ ਪੈਸਾ ਆ, ਉਹਨੂੰ ਇਸ ਪਾਸੇ ਤੋਰ ਕੇ, ਕੀ ਭਿੰਡਰਾਂ ਵਾਲੇ ਨੇ ਜਿਸ ਰਾਹੀਂ ਤੋਰਿਆ ਸੀ, ਅਜੇ ਤੱਕ ਅਸੀਂ ਪਿੱਟ ਰਹੇ ਹਾਂ। ਉਹ ਖਾਲੜੇ ਬਾਰੇ ਜਿਹੜਾ ਰੌਲਾ ਪੈਂਦਾ, ਕਹਿੰਦੇ 25,000 ਲਾਸ਼ਾਂ, ਉਹ ਬਕਵਾਸ ਕਰਦੇ ਆ, ਝੂਠ ਬੋਲਦੇ ਆ, ਕੁਛ ਨਹੀਂ ਮਿਲਿਆ ਉਹਨਾਂ ਨੂੰ। ਉਹਦੇ ਨਾਲ ਦੇ ਬੰਦਿਆਂ ਨੂੰ ਪੁੱਛ ਕੇ ਦੇਖੋ, ਜਾਣਦੇ ਆ ਸਭ ਕੁਛ, ਇਹ ਫਰੇਬੀ ਬੰਦੇ ਆ। 600-700 ਤੱਕ ਮਸੀਂ 600-700 ਤੱਕ ਮਸੀਂ ਇਦਾਂ ਦੀਆਂ ਲਾਸ਼ਾਂ ਮਿਲੀਆਂ ਸੀ। ਉਹ ਗਿਣਤੀ ਹੋਈ ਸੀ ਜਿਹਦੇ ਬਾਰੇ ਇਦਾਂ ਸੀ ਵੀ ਇਹ ਮੁਕਾਬਲੇ ਬਣਾ ਕੇ ਤਾਂ ਜਾਲ ਦਿੱਤੇ ਗਏ ਆ, ਪਰ ਦੱਸਿਆ ਨਹੀਂ ਕਿਸੇ ਨੂੰ। ਉਹਨੂੰ ਬਸ ਨਹੀਂ ਗੁਣਾ ਕਰਕੇ ਵੀ ਇੰਨੇ ਟਾਈਮ ਦੇ ਵਿੱਚ ਇੰਨੀਆਂ ਥਾਵਾਂ ਤੋਂ ਇੰਨੇ, ਇਸ ਪਿੰਡ ਤੋਂ 10 ਮਿਲੇ ਆ, ਇੱਥੋਂ 5 ਮਿਲੇ ਆ, ਇੰਨੇ ਪਿੰਡ ਆ, ਏਦਾਂ ਗੁਣਾ ਕਰਕੇ ਨਹੀਂ 25, ਉਹ ਪਤਾ ਨਹੀਂ ਕਿੱਦਾਂ ਫਿਗਰ ਆਈ ਆ, ਕਿੱਦਾਂ ਸੱਚ ਜਿਹੜਾ ਆ ਉਹ ਇਹ ਆ। ਜਿੱਦਣ ਹਿੰਮਤ ਕਰ ਲਈ ਨਾ ਲੋਕਾਂ ਨੇ, ਇਹ ਨਿਆਂ ਨਹੀਂ ਕਰ ਰਹੇ ਗੁਰੂ ਸਾਹਿਬ ਦੇ ਨਾਲ,
ਨੌਜਵਾਨੀ ਦੇ ਅੰਦਰ ਅੱਗ ਬਾਲ ਕੇ ਉਹਨਾਂ ਨੂੰ ਝੂਠੀ ਇਨਫੋਰਮੇਸ਼ਨ ਦੇ ਕੇ ਉਹਨਾਂ ਦੇ ਅੰਦਰ ਰੋਹ ਜਗਾ ਕੇ ਜਿਹੜੇ ਟੈਰੋਰਿਜ਼ਮ ਨੂੰ ਪਾਣੀ ਦੇ ਰਹੇ ਆ ਉਹ ਚੰਗਾ ਨਹੀਂ ਹੈਗਾ, ਉਹ ਜਾਲੂਗਾ। ਅੱਗੇ ਵੀ ਸਾਡਾ ਸਭ ਕੁਝ ਜਾਲਿਆ, ਇਹਨਾਂ ਦੀਆਂ ਆਪਣੀਆਂ ਨੀਤੀਆਂ ਨੇ ਸਭ ਕੁਝ ਜਾਲਿਆ ਪੰਜਾਬ ਦਾ।